ਵਾਹਿਗੁਰੂ। ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਮੰਗੋ ਰੱਬ ਕੋਲੋਂ ਮੰਗੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏਹੋ ਨਾਨਕ ਚਾਹੋ ਏਹੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੋ ਪਾਵਨ ਮੁਖ ਵਾਕ ਅੰਦਰ ਫਰਮਾਉਂਦੇ ਹਨ। ਘਰ ਪਹਿਲਾ ਤਿਤੁ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰਿ ਜੀਓ ਧੁਰ ਤੂੰ ਰੱਖਦਾ ਆਇਆ। ਭਗਤ ਕੌਣ ਹਨ? ਭਗਤਾਂ ਦੀ ਸਦਾ ਤੂੰ ਰੱਖਦਾ ਹਰਿ ਜੀਓ। ਇਹ ਉਹੀ 15 ਭਗਤ ਹਨ ਜਿਨ੍ਹਾਂ ਦੀ ਪੈਜ ਸਤਿਗੁਰੂ ਜੀ ਨੇ ਰੱਖੀ ਹੈ ਪਰਮਾਤਮਾ ਨੇ। ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਸਧਨਾ ਜੀ, ਭਗਤ ਸੈਨ,
ਭਗਤ ਰਾਮਾਨੰਦ ਜੀ, ਭਗਤ ਪੀਪਾ ਜੀ, ਅਨੇਕਾਂ ਹੀ ਇਹ ਜਿਹੜੇ ਭਗਤ ਹਨ ਜਿਨ੍ਹਾਂ ਨੂੰ ਬਾਣੀ ਵਿੱਚ ਦਰਜਾ ਦਿੱਤਾ ਗਿਆ ਹੈ, ਉਹਨਾਂ ਦੀ ਬਾਣੀ ਨੂੰ ਨਾ ਗੁਰੂ ਅਰਜਨ ਦੇਵ ਜੀ ਨੇ ਆਪ ਸ਼ਾਮਿਲ ਕੀਤਾ ਹੈ, ਆਪ, ਕਿਉਂਕਿ ਉਹ ਸੱਚੇ ਭਗਤ ਸਨ। ਸੱਚੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ। ਧੁਰ ਤੋਂ ਉਹਨਾਂ ਦੀ ਪ੍ਰਤਿਪਾਲਨਾ ਤੇ ਔਖੀ ਘੜੀ ਵਿੱਚ ਸਹਾਇਤਾ ਕਰਦਾ ਹੈ। ਪਹਿਲਾਦ ਜਨ ਤੁਧ ਰਾਖ ਲਹੇ, ਪਹਿਲਾਦ ਜੀ ਨੂੰ ਜਿਸ ਤਰ੍ਹਾਂ ਆਪ ਜੀ ਨੇ ਰੱਖਿਆ ਕੀਤੀ, ਮਰਨ ਤੋਂ ਬਚਾਇਆ, ਪਹਾੜਾਂ ਤੋਂ ਸੁੱਟਿਆ, ਨਦੀਆਂ ਵਿੱਚ ਸੁੱਟਿਆ, ਪਹਿਲਾਦ ਅੱਗ ਵਿੱਚ ਜਲਾਇਆ ਗਿਆ, ਬਾਲ ਵੀ ਬਾਕਾ ਨਹੀਂ ਹੋਇਆ ਪਹਿਲਾਦ। ਪਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਕਸ ਮਾਰ ਪਚਾਇਆ। ਅਖੀਰ ਵਿੱਚ ਆਪ ਨਰਸਿੰਘ ਅਵਤਾਰ ਧਾਰ ਕੇ ਪ੍ਰਭੂ ਨੇ ਹਰ ਨਾਕਸ ਦਾ ਵਧ ਕਰਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਖੂਨ ਦੇ ਨਾਲ ਫਾੜਿਆ ਸੀ, ਨਾ ਤੇ ਇਨਸਾਨ ਸੀ ਨਾ ਜਾਨਵਰ ਸੀ, ਐਸਾ ਰੂਪ ਧਾਰਿਆ। ਉੱਪਰੋਂ ਸਿੰਘ ਸ਼ੇਰ ਵਰਗੀ ਸ਼ਕਲ, ਥੱਲੋਂ ਇਨਸਾਨ ਵਰਗੀ ਲੱਤਾਂ, ਤੇ ਸ਼ਸਤਰ ਦਾ ਉਪਯੋਗ ਨਹੀਂ ਕੀਤਾ, ਆਪਣੇ ਨਖੂਨ ਨਾਲ ਉਹਦੀ ਛਾਤੀ ਫਾੜਤੀ ਸੀ, ਨੱਕ ਨਾ ਉੱਪਰ ਮਾਰਿਆ ਨਾ ਥੱਲੇ ਮਾਰਿਆ, ਆਪਣੇ ਪੱਟ ਦੇ ਉੱਪਰ ਲਟਾ ਕੇ, ਆਪਣੀ ਟੰਗਾਂ ਦੇ ਪੱਟ ਤੇ ਉਹਨੂੰ ਦਹਿਲੀਜ਼ ਤੇ ਮਾਰਿਆ ਸੀ। ਦਹਿਲੀਜ਼ ਨਹੀਂ ਇਹ ਜਿਹੜੀ ਦਰਵਾਜ਼ੇ ਦੇ ਵਿੱਚ ਇੱਕ ਪੱਟੀ ਹੈ, ਇਹਦੇ ਉੱਪਰ ਕੋਈ ਪੈਰ ਨਹੀਂ ਰੱਖਦਾ, ਉੱਪਰੋਂ ਟੱਪ ਜਾਂਦੇ ਸਾਰੇ, ਇਹਨੂੰ ਦਹਿਲੀਜ਼ ਕਿਹਾ ਜਾਂਦਾ। ਇਹ ਦਹਿਲੀਜ਼ ਦੇ ਉੱਪਰ ਮਾਰਿਆ ਸੀ ਨੱਕ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਗੁਰਮੁਖਾਂ ਲੋਕਾਂ ਨੂੰ ਹਜੇ ਵੀ ਰੱਬ ਦਾ ਆਸਰਾ ਹੈ, ਪ੍ਰਤੀਤ ਹੈ, ਪਿਆਰ ਹੈ। ਮਨਮੁਖ ਭਰਮ ਭੁਲਾਇਆ, ਮਨ ਦੇ ਪਿੱਛੇ ਦੌੜਨ ਵਾਲੇ ਮਨਮੁਖ ਕਿਹਾ ਜਾਂਦਾ, ਜਿਹੜੇ ਆਪਣੇ ਮਨ ਨੂੰ ਚੰਗਾ ਕਹਿੰਦੇ, ਮੇਰੇ ਵਰਗਾ ਕੋਈ ਹੈ ਨਹੀਂ, ਮੇਰਾ ਮਨ ਚੰਗਾ, ਬਸ ਉਹ ਮਨਮੁਖ ਕੀ ਜਾਂਦੇ, ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ, ਆਪਣੇ ਮਨ ਨੂੰ ਸਟਰੋਂਗ ਕਰਦੇ। ਭਰਮ ਭੁਲਾਇਆ, ਉਹ ਭਰਮਾਂ 'ਚ ਭੁੱਲਿਆ। ਦਰਅਸਲ ਜਿਸ ਤਰ੍ਹਾਂ ਰੱਬ ਨੇ ਉਹਦੀ ਜ਼ਿੰਦਗੀ ਬਿਤਾਣੀ ਹੈ, ਉਹਨੂੰ ਭੁਲਾਉਣਾ ਸੀ, ਰੱਬ ਤੋਂ ਪਰੇ ਕਰਨਾ ਸੀ, ਉਹਨੂੰ ਪਰੇ ਕਰਤਾ। ਹਰ ਜੀ ਇਹ ਤੇਰੀ ਵਡਿਆਈ, ਇਹ ਹਰੀ ਇਹ ਤੁਹਾਡੀ ਵਡਿਆਈਆਂ ਹਨ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਨਾਈ। ਭਗਤਾਂ ਦਾ ਇੱਜ਼ਤ, ਜਿਹਨੂੰ ਕਹਿੰਦੇ ਪਰਦਾ ਢੱਕਣਾ, ਕਿਸੇ ਦਾ ਪਰਦਾ ਢੱਕਣਾ, ਇਹ ਵੀ ਬੜੀ ਭਗਤੀ ਨੇ। ਤੇ ਕਿਸੇ ਦਾ ਪਰਦਾ ਨੰਗਾ ਕਰਨਾ, ਤੇ ਇਸ ਤੋਂ ਵੱਡੀ ਕੋਈ ਬੁਰੀਆਈ ਨਹੀਂ ਨੇ। ਆਖੋ ਸਤਨਾਮ ਸ਼੍ਰੀ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਿੱਖ ਨੂੰ ਸ਼ਾਬਾਸ਼ੀ ਦਿੱਤੀ ਸੀ, ਜਿਨਨੇ ਪੀਲੂ ਖਾ ਕੇ ਵੀ ਗੁਰਸਿੱਖ ਦੇ ਘਰ ਰਾਤ ਬਿਤਾਈ ਹੈ। ਤੇ ਪਰੋਸਿਆ ਗਿਆ ਪੀਲੂ, ਪੀਲੂ ਦਾ ਸੂਪ ਜਿਹਨੂੰ ਕਹਿੰਦੇ, ਗਰਮ ਕਾਵਾ। ਉਹ 4 ਪੀਲੂ ਦਾ ਕਾਵਾ ਪੀ ਕੇ ਉਹਨੇ ਆ ਕੇ ਪਰਦਾ ਦੱਸਿਆ ਕਿੰਨੇ ਢੱਕਿਆ। ਕਲਗੀਧਰ ਪਿਤਾ ਨੇ ਪੁੱਛਿਆ ਸੀ ਸਿੱਖਾਂ ਕੋਲ, ਭਾਈ ਤੁਸੀਂ ਕੀ ਖਾਇਆ? ਜਦੋਂ ਉਹ ਸਿੱਖ ਦੀ ਵਾਰੀ ਆਈ, ਕਹਿੰਦੇ ਮੈਂ ਉਹ ਖਾਇਆ ਹੈ ਜੋ ਇਹਨਾਂ ਸਾਰਿਆਂ ਨੇ ਨਹੀਂ ਖਾਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਸਾਰੀ ਗੱਲ ਮੁੱਕ ਗਈ। ਕਲਗੀਧਰ ਪਿਤਾ ਕਹਿੰਦੇ ਹੁਣ ਦੱਸਣਾ ਨਹੀਂ ਚਾਹੁੰਦਾ, ਹਾਂ ਇਹ ਕਹਿੰਦਾ ਹੈ ਕਿ ਸਭ ਤੋਂ ਵਧੀਆ ਪਦਾਰਥ ਖਾਇਆ ਹੈ ਜੋ ਇਹਨਾਂ ਨੇ ਕਿਸੇ ਨੇ ਨਹੀਂ ਖਾਇਆ। ਅਜੀਬ ਹੀ ਕੋਈ ਗੱਲ ਵਰਤੀ ਹੈ ਇਹਦੇ ਨਾਲ। ਤੇ ਫਿਰ ਸਤਿਗੁਰ ਖੁਸ਼ ਹੋਏ, ਕਹਿੰਦੇ ਤੂੰ ਮੇਰੇ ਸਿੱਖ ਦਾ ਪਰਦਾ ਢੱਕ ਲਿਆ ਹੈ, ਤੇ ਹੁਣ ਮੈਂ ਤੇਰਾ ਪਰਦਾ ਢੱਕਾਂਗਾ। ਆਖੋ ਸਤਨਾਮ ਸ਼੍ਰੀ। ਹੁਣ ਤੂੰ ਜਿੱਥੇ ਜਾ, ਸੰਸਾਰ ਦੇ ਕਿਸੇ ਕੋਨੇ ਤੇ ਚਲਾ ਜਾ, ਜਿੱਥੇ ਆਵਾਜ਼ ਮਾਰੇਗਾ ਮੇਰੀ ਲੋੜ ਪਏਗੀ, ਮੈਂ ਭੱਜ ਕੇ ਆਵਾਂਗਾ ਤੇਰੀ ਰੱਖਿਆ ਕਰਨ, ਕਿਉਂਕਿ ਤੂੰ ਮੇਰੇ ਸਿੱਖ ਦਾ ਪਰਦਾ ਢੱਕ ਲਿਆ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਇਹ ਸਤਿਗੁਰੂ ਮਹਾਰਾਜ ਭਗਤਾਂ ਦੀ ਇੱਜ਼ਤ ਢੱਕ ਲੈ। ਤੂੰ ਪੈਜ ਆਉਂਦਾ ਇੱਜ਼ਤ ਢੱਕ ਲਈ। ਭਗਤ ਤੇਰੀ ਸ਼ਰਨਾਈ, ਕਿਉਂਕਿ ਭਗਤ ਤੇਰੀ ਸ਼ਰਨ ਵਿੱਚ ਰਹਿੰਦੇ ਆ। ਰਾਓ ਵਿਸ਼ਰਾਮ ਹੈ ਜੀ। ਭਗਤਾਂ ਨੂੰ ਜਮ ਜੋਇ ਨਾ ਸਕੈ,
ਭਗਤਾਂ ਨੂੰ ਕਦੀ ਜੰਮ ਨਹੀਂ ਮਾਰਦੇ, ਨਾ ਜੰਮਾਂ ਦੇ ਵਸ ਪੈਂਦਾ ਭਗਤ। ਕਾਲ ਨਾ ਨੇੜਾ ਜਾਈ, ਕਾਲ ਵੀ ਡਰਦਾ ਹੈ, ਮੌਤ ਵੀ ਡਰਦੀ ਹੈ। ਦੱਸੋ ਭਗਤਾਂ ਤੋਂ, ਉਹ ਵੀ ਹੁਕਮ ਵਿੱਚ ਬੰਦ ਸੀ ਰੱਬ ਨੇ। ਕੇਵਲ ਰਾਮ ਨਾਮ ਮਨ ਵਸਿਆ, ਕੇਵਲ ਰਾਮ ਦਾ ਨਾਮ ਮਨ ਵਿੱਚ ਸੀ। ਤਾਂ ਹੀ ਤੇ ਕਬੀਰ ਭਗਤ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਦੀ ਲਹਿਰਾਂ ਵਿੱਚ ਸੁੱਟਿਆ ਗਿਆ ਜੀ, ਜੰਜੀਰਾਂ ਨਾਲ ਤਾਲੇ ਲਾ ਕੇ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਉਹ ਜਿਹੜੀ ਲਹਿਰਾਂ ਹੁੰਦੀ ਹੈ ਨਾ ਡੁਬੋਣ ਵਾਲੀ, ਉਹਨੇ ਆ ਕੇ ਭਗਤ ਕਬੀਰ ਦੀ ਜੰਜੀਰ ਦੇ ਟੋਟੇ ਟੋਟੇ ਕਰਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਿਰਗਸ਼ਾਲਾ ਪਰ ਬੈਠੇ ਕਬੀਰ। ਮਿਰਗਸ਼ਾਲਾ ਭਾਵੇਂ ਤੁਸੀਂ ਕੋਈ ਜਾਦੂਈ ਕੰਬਲ ਲਗਾ ਲਓ ਜਾਂ ਉसी ਲਹਿਰ ਨੂੰ ਹੀ ਲਾ ਲਓ ਕੰਬਲ, ਜਿਸ ਲਹਿਰ ਦੇ ਉੱਪਰ ਸਮਾਧੀ ਲਗਾ ਕੇ ਉਹ ਕਬੀਰ ਆ ਕੇ ਬਹਿ ਗਏ। ਸਾਹਮਣੇ ਜਿਹੜਾ ਸੁਲਤਾਨ ਸੀ ਉਹ ਜਿਹੜਾ ਹੈਰਾਨ ਹੋ ਗਿਆ, ਰਾਜਾ ਕਹਿੰਦੇ ਇਹਨੂੰ ਤਾਂ ਮੌਤ ਵੀ ਨਹੀਂ ਛੂੰਦੀ, ਕਾਲ ਵੀ ਨੇੜੇ ਨਹੀਂ ਜਾ ਰਿਹਾ, ਇੰਨੀ ਬੁਰੀ ਤਰ੍ਹਾਂ ਇਹਨੂੰ ਡੁਬੋਇਆ ਗਿਆ, ਇਹ ਤਾਂ ਫਿਰ ਦੁਬਾਰਾ ਜਿੰਦਾ ਹੋ ਕੇ ਉੱਪਰ ਤੈਰ ਕੇ ਬਾਹਰ ਆ ਗਿਆ ਕਿਨਾਰੇ ਤੱਕ। ਇਹ ਕੀ ਹੈ? ਇਹ ਭਗਤ ਕਿਹੜਾ ਹੈ? ਕੇਵਲ ਰਾਮ ਨਾਮ ਮਨ ਵਸਿਆ, ਕੇਵਲ ਕਬੀਰ ਦੇ ਮਨ ਵਿੱਚ ਰਾਮ ਸੀ। ਰਾਮ ਰਾਮ ਰਾਮ, ਨਾਮੇ ਹੀ ਮੁਕਤ ਪਾਈ, ਨਾਮੇ ਹੀ ਮੁਕਤ ਪਾਈ। ਉਹਨੇ ਮੁਕਤੀ ਪਾਈ ਕਬੀਰ ਜੀ ਨੇ ਨਾਮ ਤੋਂ ਹੀ, ਰਾਮ ਦੇ ਨਾਮ ਤੋਂ ਤਰਿਆ। ਰਿੱਧ ਸਿੱਧ ਸਭ ਭਗਤਾਂ ਚੰਨੀ ਲੱਗੀ। ਹੁਣ ਰਿੱਧ ਸਿੱਧ ਦੀ ਗੱਲ ਆ ਗਈ। ਇਹ ਰਿੱਧ ਸਿੱਧ ਕੀ ਗੱਲ ਹੈ? ਇਹ ਰਿੱਧ ਸਿੱਧ ਮੰਨੀ ਗਈ ਹੈ ਸੋਹਣੇ ਸੋਹਣੇ ਪਦਾਰਥ ਘਰ ਆ ਜਾਣੇ, ਮਨ ਦੀ ਇੱਛਾਵਾਂ ਪੂਰੀਆਂ ਹੋ ਜਾਣੀਆਂ, ਅਰਦਾਸ ਪੂਰੀ ਹੋ ਜਾਣੀ, ਇਹਨੂੰ ਰਿੱਧ ਸਿੱਧ ਕਿਹਾ ਗਿਆ। ਸਭ ਭਗਤਾਂ ਚਰਨੀ ਲਾਗੀ। ਇਹ ਭਗਤਾਂ ਦੇ ਦਰਅਸਲ ਚਰਨਾਂ 'ਤੇ ਲੱਗਦੀਆਂ ਨੇ, ਸੇਵਾ ਮੰਗਦੀ ਹੈ, ਆ ਕੇ ਮੰਗਦੀਆਂ ਹੈ ਮਹਾਰਾਜ ਸਾਨੂੰ ਵੀ ਯੂਟੀਲਾਈਜ਼ ਕਰੋ, ਸਾਡਾ ਵੀ ਭਲਾ ਹੋ ਜਾਏਗਾ ਜੇ ਤੁਸੀਂ ਸਾਡੀ ਸੇਵਾ ਲੈ ਲਓਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡਾ ਵੀ ਕੋਈ ਮਾੜਾ ਪਾਪ ਦੂਰ ਹੋ ਜਾਏਗਾ। ਰਿੱਧ ਸਿੱਧ ਇੱਦਾਂ ਬੇਨਤੀਆਂ ਕਰਦੀਆਂ ਭਗਤਾਂ। ਗੁਰ ਕੈ ਸਹਿਜ ਸੁਭਾਈ, ਪਰ ਤਾਂ ਵੀ ਭਗਤ ਉਸ ਰਿੱਧੀ ਸਿੱਧੀ ਨੂੰ ਭਜਾ ਦਿੰਦਾ ਹੈ। ਭਗਤ ਉਹਨਾਂ ਦੇ ਚੱਕਰਾਂ ਹੀ ਨਹੀਂ ਪੈਂਦਾ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਦਾ ਐਗਜ਼ਾਮਪਲ ਆਉਂਦਾ, ਉਦਾਹਰਣ। ਪਾਰਸ ਪੱਥਰ ਲੈ ਕੇ ਕੋਈ ਪਰਮਾਤਮਾ ਸਾਧੂ ਰੂਪ ਧਾਰ ਕੇ ਆ ਗਿਆ ਸੀ, ਅਤੇ ਰਵਿਦਾਸ ਜੀ ਨੇ ਕਿਹਾ ਮੈਨੂੰ ਨਹੀਂ ਚਾਹੀਦਾ, ਇਹਦੇ ਨਾਲ ਕੀ ਕਰਦੇ ਹੋ? ਕਹਿੰਦੇ ਇਹ ਸੋਨਾ ਬਣ ਜਾਂਦਾ ਹੈ, ਕੋਈ ਲੋਹੇ ਦੀ ਚੀਜ਼ ਨੂੰ ਛੂਹੋ ਸੋਨਾ, ਗੋਲਡ। ਕਹਿੰਦੇ ਮੈਂ ਕੀ ਕਰਨਾ ਗੋਲਡ? ਕਹਿੰਦੇ ਅਮੀਰ ਹੋ ਜਾਓਗੇ, ਸੰਗਤਾਂ ਨੂੰ ਲੰਗਰ ਛਕਾਓਗੇ? ਕਹਿੰਦੇ ਨਹੀਂ, ਮੇਰੇ ਕੋਲ ਅੰਮ੍ਰਿਤ ਨਾਮ ਹੈ, ਬਸ ਲੰਗਰ ਆਪੇ ਹੀ ਚੱਲ ਜਾਣਗੇ, ਉਹ ਗੁਰੂ ਦਾ ਕੰਮ ਹੈ, ਮੇਰਾ ਕੋਈ ਕੰਮ ਨਹੀਂ। ਘਰ ਵਿੱਚ ਆਏ ਗਏ ਦੀ ਸੇਵਾ ਕਰਨੀ, ਲੰਗਰ ਚਲਾਉਣੇ, ਕਿ ਪਰਮਾਤਮਾ ਨੂੰ ਫਿਕਰ ਹੈ। ਭਾਈ ਮੈਨੂੰ ਕੋਈ ਫਿਕਰ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਇਹ ਪਾਰਸ ਪੱਥਰ ਤੁਸੀਂ ਲੈ ਜਾਓ ਤਾਂ ਚੰਗਾ। ਫਿਰ ਵੀ ਪਰਮਾਤਮਾ ਜ਼ਬਰਦਸਤੀ ਕਰਕੇ ਰੱਖ ਗਿਆ ਸੀ, ਤਾਂ ਵੀ ਨਹੀਂ ਛੂਹਿਆ ਭਗਤ ਰਵਿਦਾਸ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ। ਮਨਮੁੱਖ ਲੋਕਾਂ ਨੂੰ ਕਿੱਥੋਂ ਪ੍ਰਤੀਤੀ ਆਉਣੀ ਹੈ ਜੀ? ਉਹਨਾਂ ਦੇ ਆਪਣੀ ਚਾਲ ਚੱਲਣ ਨਹੀਂ ਮੁੱਕਦੇ ਸਾਰਾ ਦਿਨ। ਉਹਨਾਂ ਨੂੰ ਕਿੱਥੇ ਟਾਈਮ ਹੈ ਇਸ ਗੱਲਾਂ ਦਾ? ਵਿਚਾਰ ਕਰਨਾ, ਕਥਾ ਸੁਣਨੀਆਂ, ਨਾਮ ਜਪਣਾ, ਇਹ ਤਾਂ ਭਗਤਾਂ ਦੇ ਕੰਮ ਹਨ। ਮਨਮੁੱਖ ਲੋਕਾਂ ਦਾ ਕੰਮ ਥੋੜ੍ਹਾ ਨਾ। ਉਹ ਤਾਂ ਸਿਰਫ ਔਰ ਸਿਰਫ ਕੋਈ ਐਸਾ ਵਿਸ਼ੇ ਚੱਲ ਜਾਵੇ ਗੱਲ ਦਾ ਜਿਹਦੇ ਅੰਦਰ ਘੱਟ ਤੋਂ ਘੱਟ ਮਜ਼ਾ ਆਵੇ, 2-3 ਘੰਟੇ ਲੱਗ ਜਾਣ, ਇਹ ਹੈ ਮਨਮੁੱਖ ਦੀ ਨਿਸ਼ਾਨੀ। ਉਹਨੂੰ ਬੜਾ ਮਜ਼ਾ ਆਉਂਦਾ ਹੈ ਕਿ 2-3 ਘੰਟੇ ਇਸ ਗੱਲਾਂ 'ਚ ਬੜੇ ਆਨੰਦ ਆਇਆ। 4 ਬੰਦੇ ਕੋਲ ਬੈਠੇ ਹੈ, 4 ਗੱਲਾਂ ਮੈਂ ਸੁਣਾਵਾਂਗਾ, 4 ਉਹ ਵਧੀਆ ਵਧੀਆ ਗੱਲਾਂ ਸੁਣਾਉਣਗੇ। ਇਹ ਹੈ ਉਹਨਾਂ ਦਾ ਦਰਸ਼ਨ ਕਰਨਾ। ਮਨਮੁੱਖਾਂ ਨੂੰ ਪ੍ਰਤੀਤ ਨਾ ਆਵੀ। ਗੁਰਬਾਣੀ ਕਹਿੰਦੇ ਅੰਤਰ ਲੋਭ ਸੁਆਓ, ਕਿਉਂਕਿ ਉਹਨਾਂ ਦੇ ਅੰਦਰ ਲੋਭ ਹੈ, ਲਾਲਚ ਹੈ। ਉਹ ਕਿੱਥੋਂ ਕਰਨਗੇ ਇਹ ਗੱਲਾਂ? ਨਹੀਂ ਆਏਗੀ। ਜਿੰਨਾ ਮਰਜ਼ੀ ਕਰ ਲੈਣ, ਉਹ ਗੱਲ ਅੱਗੇ ਆਏਗੀ ਨਹੀਂ, ਫਿਰ ਮੋੜਾ ਖਾ ਕੇ ਭੱਜ ਜਾਏਗੀ ਗੱਲ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਗੁਰਮੁਖ ਦਾ ਹਿਰਦੇ ਤੇ ਸ਼ਬਦ ਨਾਲ ਭੇਦਿਆ ਹੋਇਆ, ਸਾਫ ਦੱਸੋ। ਗੁਰਮੁਖ ਤੇ ਬਾਣੀ ਨਾਲ ਲੱਗਿਆ ਹੈ, ਬਾਣੀ ਦੇ ਵਿਚਾਰ ਨਾਲ ਲੱਗਿਆ ਹੈ, ਬਾਣੀ ਦੀ ਸਮਝ ਹੈ। ਪਰ ਮਨਮੁੱਖ ਨੂੰ ਕੋਈ ਭਾਵ ਨਹੀਂ।
ਉਹਨੂੰ ਬਾਣੀ ਦੀ ਪੰਕਤੀ ਲੱਗਦੀ ਨਹੀਂ, ਕੰਨੋਂ ਤੋਂ ਸੁਣਦਾ, ਦੂਜੇ ਕੰਨੋਂ ਖੜ ਦਿੰਦਾ, ਉੱਪਰੋਂ ਲੰਘ ਜਾਂਦੀ ਹੈ ਗੱਲ। ਕੂੜ ਕਪਟ ਪਾਜ ਲੈ ਜਾਸੀ, ਸਤਿਗੁਰ ਕਹਿੰਦੇ ਇੱਕ ਦਿਨ ਉਹਨਾਂ ਦਾ ਵੀ ਕੂੜ ਜਾਂ ਕਬਾੜਾ ਹੈ ਨਾ, ਜਾਂ ਕਪਟ, ਜੋ ਕਪਟ ਕਰਦੇ ਹਨ, ਪਾਜ ਹੈ ਜਿਹੜੀ, ਸਤਿਗੁਰ ਕਹਿੰਦੇ ਲੈ ਜਾਏਗਾ। ਮਨਮੁਖ ਫੀਕਾ ਅਲਾਓ, ਕਿਉਂਕਿ ਮਨਮੁਖ ਫਿੱਕਾ ਬੋਲਦੇ ਹਨ, ਕੂੜ ਬੋਲਦੇ ਹਨ, ਗਾਲਾਂ ਕੱਢਦੇ ਹਨ ਇੱਕ ਦੂਜੇ, ਭਾਸ਼ਾ ਵਿੱਚ ਉਹਨਾਂ ਨਿਮਰਤਾ ਹੀ ਨਹੀਂ, ਤੂੰ ਮੈਂ ਕਰਕੇ ਦੂਜੇ ਦਾ ਦਿਲ ਦੁਖਾਉਂਦੇ ਹਨ। ਇਹ ਮਨਮੁਖ ਦਾ ਕੰਮ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ, ਭਗਤਾਂ ਵਿੱਚ ਆਪ ਹੀ ਵਰਤਦਾ ਹੈ ਪ੍ਰਭੂ। ਭਗਤੀ ਹੂੰ ਤੂੰ ਜਾਤਾ, ਉਹਨੂੰ ਭਗਤੀ ਪਿਆਰੀ ਲੱਗਦੀ ਹੈ ਕਿ ਮੈਨੂੰ ਪਰਮਾਤਮਾ ਨਜ਼ਰ ਆ ਰਿਹਾ ਭਗਤੀ ਕਰਨ ਨਾਲ। ਮਾਇਆ ਮੋਹ ਸਭ ਲੋਕ ਹੈ ਤੇਰੀ, ਕਹਿੰਦੇ ਮਾਇਆ ਜਿਹੜਾ ਮੋਹ ਹੈ ਨਾ, ਮੋਹ ਪੁੱਤਰ ਦਾ ਮੋਹ ਕਿਹਾ ਜਾਂਦਾ, ਇਹ ਸਭ ਲੋਕਾਚਾਰੀ ਹੈ ਜੀ, ਲੋਕਾਚਾਰੀ ਲੋਕ ਹੈ ਤੇਰੀ। ਤੂੰ ਏਕੋ ਪੁਰਖ ਵਿਧਾਤਾ, ਸਿਰਫ ਇੱਕੋ ਤੂੰ ਹੀ ਹੈ। ਭਗਤ ਕਹਿੰਦੇ ਤੂੰ ਇਹਦੇ ਸਿਵਾ ਕੋਈ ਨਹੀਂ ਪਰਮਾਤਮਾ, ਮੈਨੂੰ ਤਾਂ ਤੂੰ ਨਜ਼ਰ ਆ ਰਿਹਾ। ਹਉਮੈ ਮਾਰ ਮਨਸਾ ਮਨੇ ਸਮਾਣੀ, ਹਉਮੈ ਮਾਰ ਦਿੰਦੇ ਹਨ ਜੀ, ਮੈਂ ਮਾਰ ਦਿੰਦੇ ਹਨ, ਮਨਸਾ ਮਨੇ ਸਮਾਣੀ, ਕੋਈ ਮਨਸਾ ਨਹੀਂ, ਮਨ ਦੇ ਅੰਦਰ ਸਿਰਫ ਪੁਕਾਰ ਹੈ, ਵਾਹਿਗੁਰੂ ਮਿਲਣ ਦੀ ਤੜਫ ਹੈ। ਗੁਰ ਕਾ ਸ਼ਬਦ ਪਛਾਤਾ, ਗੁਰੂ ਕੀ ਜਿਹੜੇ ਸ਼ਬਦ ਨੂੰ ਪਛਾਣ ਲੈਂਦੇ ਹਨ, ਯਾਨੀ ਸ਼ਬਦ ਉਹਨਾਂ ਨੂੰ ਪਛਾਣ ਕਰਾ ਦਿੰਦਾ ਵਾਹਿਗੁਰੂ ਦੀ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਅਚਿੰਤ ਕਹਿੰਦੇ ਅਚਾਨਕ ਹੀ ਇੱਕਦਮ ਹੀ ਖੇਚਲ ਤੋਂ ਕੱਢ ਦਿੰਦਾ ਹੈ ਪ੍ਰਭੂ, ਅਚਾਨਕ ਹੀ ਭਗਤ ਦਾ ਕੰਮ ਬਣ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਨਿਸ਼ਾਨੀ ਹੈ। ਅਚਿੰਤ, ਸੋਚੇ ਵੀ ਨਹੀਂ ਹੁੰਦੇ, ਅਚਾਨਕ ਇੱਕ ਕੰਮ ਹੋ ਜਾਂਦਾ ਹੈ। ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਹੈ ਜੀ, ਉਹਨਾਂ ਦੇ ਅਚਿੰਤੇ ਹੀ ਕੰਮ ਪੂਰੇ ਹੁੰਦੇ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਸਦਾ ਮਨ ਵਸਿਆ, ਸਦਾ ਪ੍ਰਭੂ ਦਾ ਨਾਮ ਮਨ ਵਿੱਚ ਵਸਦਾ ਹੈ। ਸਭ ਕਾਜ ਸਵਾਰਨ ਹਾਰਾ, ਉਹਦੇ ਕਾਰਜ ਪਰਮਾਤਮਾ ਆਪ ਸਵਾਰਨ ਆਉਂਦਾ ਹੈ ਜੀ। ਆਖੋ ਸਤਨਾਮ ਸ਼੍ਰੀ। ਜਿਹੜੇ ਰੋਜ਼ ਅਰਦਾਸ ਕਰਦੇ ਹੋ ਨਾ, ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਇਹ ਉਹੀ ਪੰਕਤੀ ਨਾਲ ਮੇਲ ਖਾਂਦੀ ਗੱਲ ਹੈ ਕਿ ਉਹਦੇ ਕਾਰਜ ਤੇ ਆਪ ਸਵਾਰਨ ਆਉਂਦਾ ਹੈ ਪਰਮਾਤਮਾ। ਉਹਨਾਂ ਕੀ ਰੀਸ ਕਰੇ ਸੂਵੀ ਗੁੱਛੇ, ਜਿਨ ਹਰ ਪ੍ਰਭ ਹੈ ਰਖਵਾਲਾ। ਕਹਿੰਦੇ ਉਹਨਾਂ ਦੀ ਰੀਸਾ ਕਰਨ ਦੀ ਮਨਮੁਖ ਕੋਸ਼ਿਸ਼ ਕਰਦਾ ਹੈ, ਕੋਸ਼ਿਸ਼ ਕਰਦਾ ਕਿ ਭਗਤਾਂ ਵਰਗੀ ਗੱਲਾਂ ਮੈਂ ਵੀ ਕਰਕੇ ਵੇਖਾਂ। ਰੀਸ ਕਰਦਾ ਹੈ, ਜਿਹਨੂੰ ਕਹਿੰਦੇ ਨਕਲ। ਸੂਵੀ ਗੁੱਛਾ ਹੈ, ਜਿਨ ਹਰ ਪ੍ਰਭ ਹੈ ਰਖਵਾਲਾ, ਜਿਨ੍ਹਾਂ ਦੀ ਰਖਵਾਲੀ ਪ੍ਰਭੂ ਕਰ ਰਿਹਾ ਹੈ, ਉਹਨਾਂ ਦੀ ਰੀਸ ਕੌਣ ਕਰ ਲੇਗਾ। ਜਿਹਦਾ ਰਾਖਾ ਕਬੀਰ ਜੀ ਦਾ ਰਾਖਾ ਰਾਮ ਹੈ, ਧੰਨਾ ਭਗਤ ਦਾ ਰਾਖਾ ਪ੍ਰਭੂ ਹੈ। ਪ੍ਰਭੂ ਜਿਨ੍ਹਾਂ ਦਾ ਰਖਵਾਲਾ ਆਪ ਮਾਲਕ ਹੈ, ਉਹਨਾਂ ਦੀ ਰੀਸ ਕੌਣ ਕਰ ਸਕਦਾ। ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ, ਬਿਨਾਂ ਸਤਿਗੁਰ ਦੀ ਸੇਵਾ ਤੋਂ ਨਹੀਂ ਮਿਲਣਾ ਰੱਬ। ਮਨਮੁਖ ਭੋਗ ਮੂਹੇ ਬਿਲ ਲਾਈ, ਕਹਿੰਦੇ ਮਨਮੁਖ ਨੇ ਭੋਗਣਾ, ਉਹਨੇ ਦਿਲ ਹੀ ਤੋੜਨਾ, ਆਪਣੀ ਕਹਾਣੀਆਂ ਪਾਏ, ਜਿਹਨੂੰ ਕਹਿੰਦੇ ਨਾ ਵਾਦ ਵਿਵਾਦ, ਬਹਿਸ ਕਰਨਾ, ਇੰਗਲਿਸ਼ में ਡਿਬੇਟ ਕਿਹਾ ਜਾਂਦਾ ਹੈ। ਇਹ ਕੰਮ ਹੈ ਭੋਗ। ਕਹਿੰਦੇ ਉਹਨਾਂ ਨੂੰ ਭੋਗਣ ਵਰਗਾ ਕਿਹਾ ਗੁਰਬਾਣੀ ਨੇ। ਭੋਗ ਮੂਹੇ ਬਿਲ ਲਾਈ, ਕਹਿੰਦੇ ਮਰ ਜਾਣਗੇ, ਬਿਲ ਲਾ ਬਿਲਾ ਕੇ ਤੜਪ ਤੜਪ ਕੇ ਭੋਗਦੇ ਭੋਗਦੇ। ਉਹਨਾਂ ਦਾ ਇੱਕੋ ਹੀ ਕੰਮ ਲਾਇਆ ਰੱਬ। ਆਵੈ, ਦੇਖੋ ਨਾਲ ਹੀ ਗੱਲ ਖੋਲੀ, ਆਵੈ ਜਾਵੈ, ਆਣਗੇ ਸੰਸਾਰ ਵਿੱਚ ਜ਼ਰੂਰ ਆਣਗੇ, ਉਹ ਵੀ ਜਾਵੈ ਜਾਣਗੇ। ਠੋਰ ਨਾ ਪਾਵੇ, ਉਹਨਾਂ ਨੂੰ ਕੋਈ ਠੋਰ ਨਹੀਂ ਪੈਣੀ। ਦੁੱਖ ਮੈਂ ਦੁੱਖ ਸਮਾਈ, ਦੁੱਖ ਵਿੱਚ ਹੀ ਜੀਣਗੇ ਤੇ ਦੁੱਖ ਵਿੱਚ ਹੀ ਮਰ ਜਾਣਗੇ। ਆਖੋ ਸਤਨਾਮ ਸ਼੍ਰੀ। ਦੇਖੋ ਪੂਰੀ ਗੱਲ ਖੋਲ, ਆਵਾ ਜਾਵਨ ਤੇ ਚੱਲੇਗਾ ਮਨਮੁਖ ਦਾ, ਪਰ ਦੁੱਖ ਵਿੱਚ ਆਣਗੇ, ਦੁੱਖਾਂ ਵਿੱਚ ਹੀ ਸਮਾ ਜਾਣ। ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ। ਜੇ ਗੁਰਮੁਖ ਹੋਵੇ ਤੇ ਅੰਮ੍ਰਿਤ ਪੀਵੇ ਨਾ ਜੀ। ਅੰਮ੍ਰਿਤ ਇਹੀ ਹੈ ਜੋ ਤੁਸੀਂ ਕਰਦੇ ਪਿਓ ਸਤਸੰਗਤ, ਇਹ ਅੰਮ੍ਰਿਤ ਹੈ। ਸਹਿਜੇ ਸਾਚ ਸਮਾਈ, ਸਹਿਜੇ ਹੀ ਸੱਚ ਤੁਹਾਡੇ ਅੰਦਰ ਜਾ ਰਿਹਾ ਹੈ। ਕੋਈ ਚੇਸ਼ਟਾ ਨਹੀਂ ਕਰਨੀ ਪੈ ਰਹੀ ਸਾਨੂੰ।
ਸੰਗਤ ਨੂੰ ਆਪਣੇ ਆਪ ਹੀ ਅੰਮ੍ਰਿਤ ਅੰਦਰ ਪ੍ਰਵਿਸ਼ਟ ਹੋ ਰਿਹਾ ਸਨ, ਅੰਦਰ ਜਾ ਰਿਹਾ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਬਿਨਾ ਸਤਿਗੁਰ ਤੋਂ ਇਹ ਜਨਮ ਮਰਨ ਆਵਾ ਜਾਣਾ ਮਿਟਣਾ ਹੀ, ਸੇਵਾ ਬਿਨਾ ਕੰਮ ਨਹੀਂ ਬਣਨਾ। ਜੇ ਅਨੇਕ ਕਰਮ ਕਰੇ ਅਧਿਕਾਈ, ਭਾਵੇਂ ਅਨੇਕਾਂ ਹੀ ਕਰਮ ਕਰ ਲੇ, ਮੈਂ ਕਹਿੰਦਾ ਦੁਨੀਆ ਨੂੰ ਖੁਸ਼ ਕਰ ਲੇ ਕਰਮ ਕੀ, ਫਿਰ ਵੀ ਗੱਲ ਨਹੀਂ ਬਣਦੀ, ਨਹੀਂ ਬਣਦੀ। ਵੇਦ ਪੜ੍ਹੈ ਤਾਂ ਵਾਦ ਵਖਾਣੇ, ਵੇਦ ਪੜ੍ਹ ਲੇਗਾ, ਸਿਮਰਤੀਆਂ ਪੜ੍ਹ ਲੇਗਾ, ਘਰ ਬੈਠੇ ਪੜ੍ਹਾਈਆਂ ਕਰ ਲੇਗਾ, ਉਲਟਾ ਹੀ ਵਾਦ ਵਖਾਣੇ। ਸਤਿਗੁਰ ਕਹਿੰਦੇ ਵਾਦ ਵਿਵਾਦ ਉਲਟਾ ਮਨ ਵਿੱਚ ਹੋਰ ਜ਼ਿਆਦਾ ਸਿਆਣਾ ਹੋ ਜਾਏਗਾ ਕਿ ਹੁਣ ਆਓ ਮੇਰੇ ਨਾਲ ਬਿਆਸ ਕਰਨ, ਮੈਂ ਹੁਣ ਸਿਆਣਾ ਹੋ ਗਿਆ। ਵਾਦ ਵਖਾਣੇ, ਲੋਕਾਂ ਨਾਲ ਵਾਦ ਕਰੇਗਾ। ਬਿਨ ਹਰ ਪੱਤ ਗਵਾਈ, ਕਹਿੰਦੇ ਬਿਨਾ ਹਰੀ ਜੀ ਦੇ ਨਾ ਪੱਤ ਗਵਾ ਲੇਗਾ, ਜਿਹੜੀ ਰਹਿੰਦੀ ਖੁੰਦੀ ਉਹਦੀ ਇੱਜ਼ਤ ਹੈ ਨਾ, ਉਹ ਵੀ ਗਵਾ ਕੇ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਸੱਚਾ ਸਤਿਗੁਰ ਹੈ ਤੇ ਸੱਚੀ ਉਹਦੀ ਬਾਣੀ ਹੈ। ਭਜ ਛੂਟੇ ਗੁਰ ਸ਼ਰਨਾ, ਗੁਰੂ ਦੀ ਸ਼ਰਨ ਵਿੱਚ ਆ ਕੇ ਭੱਜ ਕੇ ਪਹੁੰਚੋ ਸ਼ਰਨ ਤੇ ਛੁੱਟ ਜਾਓ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੈ, ਸੇ ਦਰ ਸਾਚੇ, ਉਹ ਦਰ ਵੀ ਸੱਚਾ ਹੈ। ਦਰ ਸਾਚਾ ਹੈ ਸਚਿਆਰਾ, ਤੇ ਸੱਚੇ ਦਰ ਤੇ ਸਚਿਆਰਾ ਹੁੰਦਾ। ਤੁਹਾਨੂੰ ਪਤਾ ਰੱਬ ਨੇ ਸੱਚੇ ਸੱਚ ਤੇ ਟਿਕਣਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸ਼ੋਭਾ ਜੁਗ ਜੁਗ ਵਿੱਚ ਹੋਈ, ਇੱਕ ਯੁੱਗ ਵਿੱਚ ਨਹੀਂ। ਇਹ ਤਾਂ ਕਲਯੁਗ ਚੱਲਦਾ ਪਿਆ, ਅੱਗੇ ਵੀ ਉਹਨਾਂ ਦੀ ਨਾਮ ਰਹੇਗਾ ਭਗਤਾਂ ਦਾ। ਕੋਈ ਨਾ ਮੇਟਨ ਹਾਰਾ, ਕੋਈ ਮੇਟ ਨਹੀਂ ਸਕਦਾ ਉਹਨਾਂ ਦਾ ਨਾਮ। ਨਾਨਕ ਤਿਨ ਕਾ ਸਦ ਬਲਿਹਾਰੇ, ਸਤਿਗੁਰ ਕਹਿੰਦੇ ਨਾਨਕ ਜੀ ਵੀ ਉਹਨਾਂ ਦੇ ਬਲਿਹਾਰ ਜਾਂਦੇ ਹੈ, ਤੇਰੇ ਭਗਤਾਂ ਕੋ ਬਲਿਹਾਰਾ। ਜਿਨ ਹਰ ਰਾਖਿਆ ਉਰ ਧਾਰਾ, ਜਿਨ੍ਹਾਂ ਦੀ ਰੱਖਿਆ ਉਸ ਪ੍ਰਮਾਤਮਾ ਨੇ ਉਰ ਧਾਰਾ ਨੇ ਰੱਖੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ਬਦ ਤੇ ਬਹੁਤ ਹੀ ਲੰਬੇਰਾ ਤੇ ਬੜਾ ਹੀ ਗਿਆਨ ਵਾਲਾ ਸੀ। ਇਹ ਭਗਤਾਂ ਦੀ ਕਮਾਈ ਦਾ ਸ਼ਬਦ ਹੈ। ਤੀਜੇ ਪਾਤਸ਼ਾਹ ਜੀ ਨੇ ਭਗਤਾਂ ਦੀ ਵਿਵਰਨ ਦਿੱਤਾ ਹੈ ਕਿ ਭਗਤਾਂ ਦੀ ਕੀ ਪਹੁੰਚ ਹੈ, ਕਿੱਧਰ ਤੱਕ ਭਗਤ ਹੁੰਦੇ ਹਨ। ਤੇ ਭਗਤ ਦੀ ਕਮਾਈ ਦਾ ਕਿਧਰੋਂ ਹੀ ਆਪ ਲਗਾ ਸਕਦੇ ਹੋ ਹਿਸਾਬ ਕਿਤਾਬ। ਬੈਣੀ ਭਗਤ ਹੋਏ ਜੀ, ਬੈਣੀ ਇਹ ਭਗਤ ਬੈਣੀ ਜੀ, ਇਹ ਵੀ ਗੁਰਬਾਣੀ ਵਿੱਚ 15 ਭਗਤ ਦੇ ਵਿੱਚ ਸ਼ਾਮਲ ਹਨ। ਇਹਨਾਂ ਦੇ ਜੀਵਨ ਤੋਂ ਛੋਟੀ ਜਿਹੀ ਘਟਨਾ ਲੈਂਦੇ ਹਾਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਬੈਣੀ ਭਗਤ ਬਿਲਕੁਲ ਵਿਹਲਾ ਸੀ ਜੀ, ਬਿਲਕੁਲ ਉਹਦੇ ਘਰ ਵਿੱਚ ਕੰਮ ਕਾਰ ਹੈ ਹੀ ਨਹੀਂ ਸੀ। ਮਾਂ ਫਿਕਰ ਕਰਦੀ ਸੀ, ਬੁੱਢੀ ਮਾਂ, ਕਿ ਬੈਣੀ ਘਰ ਦੀ ਹਾਲਤ ਦਿਨ ਬਰ ਦਿਨ ਕਰੀਬੀ ਹੋ ਰਹੀ ਹੈ, ਕਰ ਲੈ ਪੁੱਤਰ ਕੋਈ ਕੰਮ ਛੇੜ ਕਰ ਲੈ। ਇੱਧਰ ਤੱਕ ਕਿ ਗੁੱਸੇ ਵੀ ਹੁੰਦੀ ਸੀ, ਮੈਂ ਤੇਰੇ ਨਾਲ ਬੋਲਣਾ ਨਹੀਂ ਜੇ ਤੂੰ ਮੇਰੀ ਗੱਲ ਨਹੀਂ ਮੰਨਦਾ। ਕਹਿੰਦੇ ਮਾਂ ਮੈਂ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਜਪਦਾ, ਇਹ ਵੀ ਤਾਂ ਕਿਰਤ ਹੈ। ਮਾਂ ਕਹਿੰਦੀ ਪੁੱਤਰ ਠੀਕ ਹੈ ਤੂੰ ਭਗਤ ਹੈ, ਪਰ ਫਿਰ ਵੀ ਲੋੜ ਹੈ, ਕਰ ਕੁਛ। ਹੁਣ ਬੈਣੀ ਭਗਤ ਉਦਾਸ ਹੋ ਕੇ ਘਰੋਂ ਬਾਹਰ ਆ ਗਏ। ਇੱਕ ਜੰਗਲ ਦੇ ਵਿੱਚ ਵਿਸ਼ਰਾਮ ਕਰ ਰਹੇ ਹਨ, ਭਗਤੀ ਸਮਾਧੀ ਲਾਈ ਹੈ, ਪਰਮੇਸ਼ਵਰ ਨਾਲ ਗੱਲਾਂ ਕਰ ਰਹੇ ਹੈ। ਮੈਂ ਆਪਣੀ ਮਾਂ ਨੂੰ ਕੀ ਕਹਾਂ, ਪਰਮੇਸ਼ਵਰ ਤੂੰ ਮੇਰਾ ਰਾਖਾ ਹੈ, ਤੂੰ ਮੇਰੀ ਪ੍ਰਤਪਾਲਨਾ ਕਰ ਸਕਦਾ ਹੈ, ਮੈਨੂੰ ਤੇਰੇ 'ਤੇ ਭਰੋਸਾ ਹੈ, ਹੁਣ ਮੈਂ ਕੀ ਸਮਝਾਵਾਂ ਮਾਂ ਨੂੰ। ਇਹ ਗੱਲਾਂ ਕਰਦੇ ਇੱਕ ਪਲਾਨ ਬਣਾਇਆ ਬੈਣੀ ਜੀ। ਘਰ ਗਏ, ਕਹਿੰਦੇ ਮਾਂ ਮੈਨੂੰ ਨੌਕਰੀ ਮਿਲ ਗਈ। ਕਿੱਥੇ? ਇੱਕ ਰਾਜੇ ਦੇ ਦਰਬਾਰ ਵਿੱਚ। ਕੰਮ ਕੀ ਕਰਨਾ ਹੈ? ਕਥਾ ਸੁਣਾਉਣੀ, ਗੁਰੂ ਦੀ ਗੱਲਾਂ ਸੁਣਾਉਣੀ ਹੈ, ਬਸ ਇਹ ਕਥਾ ਸੁਣਾਉਣੀ। ਕਹਿੰਦੇ ਠੀਕ ਹੈ, ਚੰਗਾ ਹੈ, ਕਰ। ਕਹਿੰਦੇ ਮਹੀਨੇ ਬਾਅਦ ਤਨਖਾਹ ਮਿਲ ਜਾਏਗੀ। ਮਾਂ ਖੁਸ਼ ਹੋ ਗਈ, ਚੱਲ ਭਾਈ, ਕਿੱਥੇ ਤਾਂ ਕੰਮ ਲੱਗਿਆ। ਕੁਛ ਦਿਨਾਂ ਬਾਅਦ ਬੈਣੀ ਨੂੰ
कोई काम तो कोई मिलता ही नहीं सी। जंगल भी जाके तप करते रहते सन बैणी भगत। अचानक 29 दिन बीत गए, पता ही नहीं चलिया। अखीरला दिन सी। बैणी भगत अज फिक्र कर रहा है, परमात्मा नाल गल्लां कर रहा है, मेरी माँ का दिल टुट जाएगा। मैं झूठ बोलिया है माँ नाल। माँ इंतजार करती है पैसे की, माया की, तनख्वाह की। हुण की कवांगा, की जवाब देवांगा। इतनी गल करदा बैणी चुप हो गया। उत्थों परमात्मा राजे का रूप धारिया है। गड्ढा तैयार है, विच समग्री है, खाण पीन की, कपड़े है, सोना चांदी है, वस्त्र है, सब कुछ है। पहुँच गया बैणी के घर। नगर तो फिरदा फिरदा बैणी की माँ झोपड़ी चों बाहर आई। राजे ने कहा, मैं बैणी का शुकराना करन आया। तुहाडा पुत्र बैणी है? कहते हाँ बैणी है जी। उसकी तनख्वाह देनी सी। दरअसल तनख्वाह तो मैं नहीं देना है, तनख्वाह तो मैं उन्होंने दे दूँगा आप ही जो देनी है। ये कुछ गिफ्ट है, गिफ्ट जिन्होंने कहते तोहफा। ये तोहफे देन आया बस, उसकी कथा की कीमत नहीं कोई। हाँ कोई छपेटा दे के मैं उसका सत्कार जरूर कर सकदा। को सतनाम श्री भगतां की की मैं देनियां दे सकना। रब भी कह रहा है इधर, मैं बैणी भगत की कथा का कोई मुल नहीं देना आया। माँ ये ना समझी, ये तो सिर्फ एक गिफ्ट तोहफा जरूरत पूरी करना आया। माँ बड़ी खुश हुई, कहती पर इन्ना राजा साढ़े कोल गरीबों को झोपड़ी है छोटी, ये कित्थे रखांगे इन्ना समान, जगह ही नहीं अंदर। कहते ये किहड़ी वड्डी गल है, तू मैनू कह हुणे महल खड़ा कर देना। आखो सतनाम श्री। रब का खेड़ सी। विश्वकर्मा को बुला लिया उपरों। विश्वकर्मा जी आ गए, बनाओ जी ये मैं घर बनाओ फटाफट। मिनट विच कहते पल विच देखिया तो पीछे महल खड़ा है। बैणी की माँ भोली पाली तां भी नहीं समझ पाई ये की करदा पे, कौन है, कौन मैनू वस्तुआं दे रहा। अंदर आए, समान रखिया, नौकर चाकर वड़ गए अंदर। सोहने कपड़े पा ले बैणी की माँ ने, खाण के स्वादिष्ट पदार्थ बनाने लग गई। परमात्मा उधरों आग्ञा लेके अलोप हो गया। परमात्मा का काम खत्म, राजा का रूप। उधरों बैणी भगत नो दर्शन होए परमात्मा के, उसी राजे के। उधर जाके जंगल बैणी उठ पुत्र, तेरी माँ याद करती है, घर चिंता करती है तेरी, तू जाएगा नहीं। बैणी भगत आकाशवाणी सुन के त्रप के उठे। कहते हाँ मेरी माँ याद करती है, मेरी माँ याद करती है। भजया घर वाल, घर जाके की देखता है उसकी झोपड़ी नहीं, अज महल बनया। बैणी भगत हैरान है, मेरी माँ किधर गई, मेरे पिछों एक ही हो गया, मेरी माँ कित्थे गई। इन्नी देरी की देखता, उसकी माँ सोहने वस्त्र पा के नौकरां नाल नौकरानियां नाल बाहर आ गई। बैणी भगत कहंदा कौन हो तुसी? कहंदे मैं तेरी माँ। बैणी कहंदे मेरी माँ तो बहुत गरीब है, उहदे कोल तो वस्त्र भी पाण नूं नहीं। मेरी माँ दसो, वो पहचानी ना। कहंदे पुत्र मैं ही हाँ। बैणी भगत डरदा डरदा अंदर कदम रखता है। कहंदे माँ ये किदां हो गया, एक ही घर के अंदर पदार्थ है, महल कितों बन गए, एक ऐसा कौतुक होया। कहंदे दरअसल कौतुक कोई नहीं है, ये तेरा राजा सी जिते तू नौकरी पिया है, वो आया सी गड्ढा लैके समान लैके, उन्हें ही अपना नौकर चाकर ला के महल भी बनवाता 1 मिनट है। राजा बैणी कहंदे मैं तो किसी राजे के नौकरी नहीं पिया। माँ ये किहड़ी गल्लां करदी है, हैरान। फिर बैणी का दिमाग काम किया, जिहड़ी आकाशवाणी हुई सी जंगल में, ये उस रब की सी, परमात्मा की जिहदी मैं बंदगी करदा हाँ। माँ वो रब सी, वो परमात्मा सी जो तेन दर्शन दे गया। आखो सतनाम श्री वाह। वो राजा थोड़ा ना सी। माँ रोन लगी, उन्होंने तो मैं पानी तक नहीं पूछया, सत्कार नाल रब नूं पानी नहीं पूछया। माता कहती मैं तो उहदे कोल काम ही करांदी रही खुशी च, मैं तो ना लंगर पूछया ना पानी पिलाया, कुछ नहीं किया।
भैणी भी रोन लग गया, माँ रब साडे घरों खाली चला गया, ये की को। चलो भैणी कहंदा अरदास करदे हैं, माफ़ी मंगदे हैं, रब किहड़ा साडे तो दूर है, जे उन्हें दर्शन देने दोबारा आ जाएगा। आखो सतनाम श्री वाहिगुरू। कहंदे भैणी भगत ने उस वेले अरदास की सच्चे मन नाल, रब जी दोबारा विष्णु भगवान राम भगवान जो भी जिन्हों याद करता सी वो प्रगट होके आ गया। आखो सतनाम श्री वाहिगुरू। आके दर्शन दिते, भैणी मैं तेरे तो दूर था ना पुत्र, मैं तो तुहाडी गल्लां सुनदा सी कोल, तू मैनूं याद किया, मैं फिर आ गया। कहंदे साडी माफ़ी है, मेरी माँ ने पहले मत्था टेकिया कि असीं सत्कार नहीं किया तुहाडा शुकराना करिए थोड़ा। भैणी भगत कहंदे माँ हुण तैनूं सब कुछ मिल गया? कहंदे हाँ मिल गया, हुण मैं उहदा नौकर बनांगा जिहदा जड़ा साडे घर की चाकरी करके गया है। मैं उस अकाल पुरख परमात्मा का नौकर हाँ, अज तो बाद मैनू कदी भगती करन तो ना करी। आखो सतनाम श्री वाहिगुरू। और भैणी भगत ने उस वेले माँ को इजाजत लैके सोहने सोहने घर पदार्थ छड्डते आप जंगल विच तप करन निकल गया। आखो सतनाम श्री वाहिगुरू। ये भगतां दी रीसां कौन कर सकता है जी, इन्हां दा दरअसल ध्यान होंदा नहीं इन गल्लां च। बाकी जो परमात्मा की मर्जी है, रब दिखाए सुख वो फिर समय अनुसार देखने पे जांदे। आओ सारे नाम जपिए, वाहेगुरू 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 वाहेगुरू।